ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਫਿਰਤ ਫਿਰਤ ਪ੍ਰਭੁ ਆਇਆ, ਪਰਿਅਉ ਤਉ ਸਰਨਾਏ। ਨਾਨਕ ਕੀ ਪ੍ਰਭੁ ਬੇਨਤੀ, ਆਪਣੀ ਭਗਤੀ ਲਾਏ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸਰਬ ਕਲਾ ਸਮਰੱਥ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਵਿੱਚ ਬੈਠ ਕੇ ਆਪ ਜੀ ਦੇ ਪਵਿੱਤਰ ਸ਼ਬਦਾਂ ਦੀ ਵਿਚਾਰ ਕਰਨ ਦਾ ਜੋ ਆਪ ਜੀ ਨੇ ਸਮਾਂ ਬਖਸ਼ਿਆ, ਸੋ ਆਪ ਕਿਰਪਾ ਕਰੋ, ਮੇਰੇ ਮਨ ਨੂੰ ਆਪ ਜੀ ਦੇ ਵਚਨਾਂ ਦੀ ਸੋਝੀ ਬਖਸ਼ੋ। ਅੱਜ ਆਪਾਂ ਗੁਰਬਾਣੀ ਦੇ ਵਿੱਚ ਆਇਆ ਸ਼ਬਦ ਜੋ ਮਾਲਾ ਹੈ, ਉਸ ਬਾਰੇ ਵਿਚਾਰ ਕਰਾਂਗੇ। ਕੁਛ ਜੋ ਸੰਸਾਰ 'ਚ ਪ੍ਰਚਲਿਤ ਵਿਚਾਰਧਾਰਾ ਹੈ, ਉਸ ਦੀ ਵੀ ਗੱਲ ਆਖਾਂ ਕਰਾਂਗੇ, ਤੇ ਕੁਛ ਜੋ ਗੁਰਬਾਣੀ ਕਹਿ ਰਹੀ ਹੈ ਉਸ ਦੀ ਵੀ ਵਿਚਾਰ ਕਰਾਂਗੇ, ਜਿੰਨੀ ਕੁ ਗੁਰਬਾਣੀ ਸੂਝੀ ਬਖਸ਼ੇਗੀ। ਇਸਲਾਮ ਮਤ ਵਿੱਚ ਇਸ ਨੂੰ ਤਸਬੀਹ ਕਹਿੰਦੇ ਹਨ, ਸਨਾਤਨ ਮਤ ਵਿੱਚ ਮਾਲਾ ਕਹਿੰਦੇ ਹਨ, ਈਸਾਈ ਮਤ ਵਿੱਚ ਰੋਜ਼ਰੀ ਕਹਿੰਦੇ ਹਨ। ਸੋ ਸਿੱਖ ਮਤ ਵਿੱਚ ਵੀ ਮਾਲਾ ਹੀ ਕਿਹਾ ਜਾਂਦਾ ਹੈ, ਜਾਂ ਸਿਮਰਨਾ ਕਹਿ ਦਿੰਦੇ ਹੈ, ਜਿਹੜਾ 28 ਮਣਕਿਆਂ ਦਾ ਹੁੰਦਾ। ਹਾਂ, ਹਰੇਕ ਮਤ ਦੇ ਅੰਦਰ ਮਾਲਾ ਦੇ ਮਣਕਿਆਂ ਦੀ ਗਿਣਤੀ ਵੱਖੋ ਵੱਖਰੀ ਹੈ, ਕਿਸੇ 'ਚ 108 ਹੈ, ਕਿਸੇ 'ਚ 101 ਹੈ, ਕਿਸੇ 'ਚ 111 ਹੈ। ਸੋ ਇਸ ਤਰੀਕੇ ਨਾਲ ਵੱਖੋ ਵੱਖਰੀ ਹੈ। ਸੋ ਅੱਜ ਸਿੱਖ ਮਤ ਦੇ ਅੰਦਰ ਵੀ ਮਾਲਾ ਦਾ ਸੰਬੰਧ ਹੈ। ਸਾਡਾ ਜੋ ਬਾਹਰਲਾ ਸਰੀਰ ਦਿਸਦਾ ਹੈ, ਜਿਵੇਂ ਹੱਥ ਨਾਲ ਮਾਲਾ ਫੇਰਨੀ, ਜਾਂ ਗਲ ਵਿੱਚ ਪਾਉਣੀ, ਜਾਂ ਗੁੱਟ ਵਿੱਚ ਪਾ ਲੈਣੀ ਆਦਿ, ਫਿਰ ਹਰ ਕੋਈ ਆਪੋ ਆਪਣੀ ਮੱਤ ਦੇ ਅਨੁਸਾਰ, ਜੋ ਵੀ ਕਿਸੇ ਦੀ ਮੱਤ ਹੈ ਉਸ ਦਾ ਉਹ ਧਾਰਨੀ ਹੈ, ਉਸ ਅਨੁਸਾਰ ਮਾਲਾ ਫੇਰਦਾ ਹੈ, ਤੇ ਕੁਝ ਸ਼ਬਦ ਵੀ ਨਾਲ ਪੜ੍ਹਦਾ ਹੈ, ਜਿਸ ਨੂੰ ਉਹਨਾਂ ਦੀ ਮੱਤ ਅਨੁਸਾਰ ਨਾਮ ਜਪ ਕਿਹਾ ਜਾ ਰਿਹਾ ਹੈ। ਜਿਵੇਂ ਰਾਮ ਰਾਮ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਇਸਲਾਮ ਮੱਤ ਵਾਲੇ ਵੱਖੋ ਵੱਖਰੇ ਨਾਮ ਪੜ੍ਹਦੇ ਹਨ। ਹਰ ਇੱਕ ਮਣਕੇ ਦੇ ਉੱਪਰ
ਸੋ ਇਸੇ ਤਰ੍ਹਾਂ ਦੀਆਂ ਮਨੌਤਾਂ ਹਨ ਸਭ ਦੀਆਂ ਆਪੋ ਆਪਣੀਆਂ, ਕਿਸੇ ਦੀ ਵੀ ਇੱਕ ਦੂਜੇ ਨਾਲ ਨਹੀਂ ਰਲਦੀ। ਸੋ ਬਾਹਰੀ ਤੌਰ ਦੇ ਉੱਪਰ ਸਾਰੇ ਹੀ ਧਾਰਮਿਕ ਲੋਕ ਹਨ। ਸੋ ਇੱਥੋਂ ਤੱਕ ਮੋਟੀ ਮੋਟੀ ਜੀ ਵਿਚਾਰ ਆਪਾਂ ਨੇ ਮਾਲਾ ਬਾਰੇ ਜੋ ਸਾਰੀਆਂ ਮੱਤਾਂ ਦੇ ਅਨੁਯਾਈ ਕਰਦੇ ਹਨ ਉਹਨਾਂ ਦੀ ਗੱਲ ਆਖੀ ਹੈ ਕਿ ਕੁਛ ਗੱਲਾਂ ਇਸ ਤਰ੍ਹਾਂ ਵੀ ਨੇ ਵੀ ਜਿਵੇਂ ਕੋਈ ਉੱਨ ਦੀ ਮਾਲਾ ਫੇਰਦਾ ਉਹ ਕਹਿੰਦੇ ਵੀ ਉਹ ਠੀਕ ਹੈ। ਕੋਈ ਅੱਜ ਕੱਲ੍ਹ ਜੋ ਰੇਡੀਅਮ ਦੇ ਪਲਾਸਟਿਕ ਦੀਆਂ ਬਣੀਆਂ ਨੇ ਉਹ ਫੇਰਦੇ ਹਨ, ਕੋਈ ਕੱਚ ਦੀ ਹੈ, ਸੋ ਪੱਥਰ ਦੀਆਂ ਹਨ, ਲੱਕੜ ਦੀਆਂ ਹਨ। ਸੋ ਕਾਫੀ ਤਰੀਕਿਆਂ ਦੇ ਨਾਲ ਮਾਲਾ ਬਣਾਈਆਂ ਜਾਂਦੀਆਂ ਨੇ। ਸਨਾਤਨ ਮੱਤ ਵਿੱਚ ਰੁਦਰਾਕਸ਼ ਦੇ ਮਣਕੇ ਹੁੰਦੇ ਆ, ਉਹਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਸੋ ਤਕਰੀਬਨ ਹਰ ਇੱਕ ਮੱਤ ਦੇ ਅੰਦਰ ਇਹ ਚੀਜ਼ ਜੋ ਮਾਲਾ ਹੈ ਉਹ ਵਰਤੀ ਜਾਂਦੀ ਹੈ। ਸੋ ਆਓ ਆਪਾਂ ਹੁਣ ਪਰਮੇਸ਼ਰ ਦੀ ਵੀ ਇੱਕ ਆਪਣੀ ਮੱਤ ਹੈ, ਸੱਚਖੰਡ ਦੀ ਵੀ ਇੱਕ ਮੱਤ ਹੈ, ਸੰਸਾਰ ਵਿੱਚ ਵੀ ਮੱਤਾਂ ਨੇ। ਪਰਮੇਸ਼ਰ ਦੀ ਮੱਤ ਵਾਲੇ ਵੀ ਮਾਲਾ ਫੇਰਦੇ ਨੇ, ਉਹਨਾਂ ਬਾਰੇ ਵਿਚਾਰ ਆਪਾਂ ਕਰੀਏ ਵੀ ਉਹ ਕਿਹੜੀ ਮਾਲਾ ਫੇਰਦੇ ਨੇ ਤੇ ਉਹਨਾਂ ਦੀ ਕੀ ਪ੍ਰਾਪਤੀ ਹੈ। ਇਸ ਬਾਰੇ ਜਾਣਨ ਦੀ ਕੋਸ਼ਿਸ਼ ਆਪਾਂ ਗੁਰਬਾਣੀ ਤੋਂ ਕਰਾਂਗੇ। ਪੰਨਾ 225 ਦੇ ਉੱਪਰ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ, ਗੌੜੀ ਮਹੱਲਾ ਪਹਿਲਾ। ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪੈਰ ਹੰਡਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ, ਕਿਆ ਪਹਿਰੋਂ ਕਿਆ ਓਡ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ। ਰਹਾਓ। ਕਾਨੀ ਕੁੰਡਲ ਗਲ ਮੋਤੀਅਨ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੁਖ ਪਾਲਾ। ਨੈਣ ਸਲੋਨੀ ਸੁੰਦਰ ਨਾਰੀ, ਖੋੜ ਸੀਗਾਰ ਕਰੈ ਅਤ ਪਿਆਰੀ, ਬਿਨ ਜਗਦੀਸ਼ ਭਜੈ ਨਿਤ ਖੁਆਰੀ। ਸੋ ਇਹ ਸਾਰਾ ਸ਼ਬਦ ਹੈ, ਇਹਦੇ ਵਿੱਚ ਪਾਤਸ਼ਾਹ ਨੇ ਕੱਲੀ ਕੱਲੀ ਗੱਲ ਨਾਲ ਲਿਖੀ ਹੈ ਕਿ ਜੋ ਸੰਸਾਰੀ ਨੇ ਉਹ ਕਿਸ ਤਰ੍ਹਾਂ ਕਰਦੇ ਨੇ, ਜੋ ਨਿਰਾਕਾਰੀ ਨੇ ਉਹ ਕਿਸ ਤਰ੍ਹਾਂ ਕਰਦੇ ਨੇ। ਪਹਿਲੇ ਬਚਨ 'ਚ ਹੀ ਪਾਤਸ਼ਾਹ ਕਹਿੰਦੇ ਆ, ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪਹਿਰ ਹੰਡਾਵੋ। ਕਿ ਚੋਆ ਚੰਦਨ ਉਸ ਵੇਲੇ ਅਤਰ ਲਾਉਣੇ, ਸੁਗੰਧਿਤ ਚੀਜ਼ਾਂ ਲਾਉਣੀਆਂ ਬਾਹਰਲੇ ਸਰੀਰ 'ਤੇ, ਕਿਉਂਕਿ ਧਾਰਮਿਕ ਲੋਕ ਜ਼ਿਆਦਾ ਕਰਦੇ ਸੀ ਇਸ ਤਰ੍ਹਾਂ। ਤੇ ਫੁੱਲਾਂ ਨੂੰ ਚੜਾਉਣਾ ਜਾ ਕੇ ਮੂਰਤੀ ਦੇ ਅੱਗੇ, ਇਸ ਤਰ੍ਹਾਂ ਦੀ ਜੋ ਧਾਰਮਿਕ ਪ੍ਰਕਿਰਿਆ ਅੱਜ ਵੀ ਚੱਲਦੀ ਹੈ। ਸੋ ਪਾਟ ਪਟੰਬਰ ਪਹਿਰ ਹੰਡਾਵੋ, ਬੜੇ ਬੇਸ਼ਕੀਮਤੀ ਕੱਪੜੇ, ਰੇਸ਼ਮ ਦੇ ਕੱਪੜੇ, ਉਹਨਾਂ ਨੂੰ ਪਾਉਣਾ। ਪਾਤਸ਼ਾਹ ਕਹਿੰਦੇ ਬਿਨ ਹਰ ਨਾਮ ਕਹਾਂ ਸੁਖ ਪਾਵੋ, ਕਿ ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਜਿਹੜੀਆਂ ਕਿਰਿਆਵਾਂ ਤੁਸੀਂ ਬਾਹਰਲੇ ਸਰੀਰ ਤੇ ਕਰਦੇ ਹੋ ਇਹਦੇ ਨਾਲ ਆਤਮਾ ਨੂੰ ਸੁੱਖ ਨਹੀਂ ਮਿਲਦਾ। ਸਰੀਰ ਨੂੰ ਰਿਲੀਫ ਹੋ ਸਕਦੀ ਹੈ ਪਰ ਆਤਮਾ ਨੂੰ ਸੁੱਖ ਨਹੀਂ ਹੈ, ਕਿਉਂਕਿ ਨਾਮ ਨੇ ਸੁੱਖ ਆਤਮਾ ਨੂੰ ਦੇਣਾ, ਸਰੀਰ ਨੂੰ ਨਾਮ ਸੁੱਖ ਨਹੀਂ ਦਿੰਦਾ। ਸਰੀਰ ਨੂੰ ਸੁੱਖ ਮਿਲਦਾ ਮਾਇਆ ਚੋਂ ਜਾਂ ਦੁੱਖ ਮਿਲਦਾ ਮਾਇਆ ਤੋਂ। ਆਤਮਾ ਨੂੰ ਸੁੱਖ ਮਿਲਦਾ ਨਾਮ ਚੋਂ, ਆਤਮਾ ਨੂੰ ਦੁੱਖ ਮਿਲਦਾ ਨਾਮ ਨੂੰ ਛੱਡ ਕੇ। ਕਿਆ ਪਹਿਰੋਂ ਕਿਆ ਓਡ ਦਿਖਾਵੋ, ਕਹਿੰਦੇ ਕੀ ਪਹਿਰ ਕੇ ਦਿਖਾਉਣੇ, ਕਿਆ ਓਡ ਦਿਖਾਵੋ, ਕੀ ਓਡ ਲਿਆ, ਕੀ ਹੋ ਗਿਆ ਜੇ ਤੁਸੀਂ ਰੇਸ਼ਮੀ ਕੱਪੜੇ ਪਾਉਂਦੇ ਹੋ, ਮਹਿੰਗੇ ਮਹਿੰਗੇ ਕੱਪੜੇ ਪਾਉਂਦੇ ਹੋ, ਚੰਗਾ ਚੰਗੇ ਤੁਸੀਂ ਖਾਣੇ ਵੀ ਖਾਂਦੇ ਹੋ, ਤੇ ਕੀ ਹੈ, ਕਿੰਨਾ ਕੁ ਚਿਰ ਕਹਿੰਦੇ ਚੱਲੂਗਾ ਤੁਹਾਡਾ ਸਿਸਟਮ। ਬਿਨ ਜਗਦੀਸ਼
ਕਹਾਂ ਸੁਖ। ਜਿੰਨਾ ਚਿਰ ਜਿਹੜਾ ਤੁਹਾਡੇ ਜੱਗ ਦਾ ਈਸ ਹੈ, ਤੁਹਾਡੇ ਹਿਰਦੇ ਦਾ ਮਾਲਿਕ ਹੈ, ਤੁਹਾਡਾ ਮੂਲ ਹੈ, ਉਹਦੀ ਸ਼ਰਨ 'ਚ ਹੀ ਨਹੀਂ ਗਏ, ਕਹਾਂ ਸੁਖ ਪਾਵੋ। ਫਿਰ ਕਿੱਥੇ ਸੁੱਖ ਪਾਓਗੇ? ਸਮਾਂ ਤਾਂ ਹੋਣੀ ਹੈ ਨਾ ਤੁਹਾਡੇ ਕੋਲ ਆ ਸਰੀਰ ਦੇ ਅੰਦਰ ਹੀ। ਰਹਾਉ ਪਾਤਸ਼ਾਹ ਕਹਿੰਦੇ ਕੁਛ ਵਿਚਾਰੋ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਕਹਿੰਦੇ ਕੰਨਾਂ ਵਿੱਚ ਕੁੰਡਲ ਪਾ ਲਏ, ਕਿਸੇ ਜੋਗੀ ਵਾਲੇ ਇਸ਼ਾਰਾ ਹੈ। ਗਲ ਮੋਤੀਆਂ ਕੀ ਮਾਲਾ, ਪੰਡਤ ਦੇ ਗਲ ਦੇ ਵਿੱਚ ਤੂੰ ਮੋਤੀਆਂ ਦੀ ਮਾਲਾ ਪਾਈ ਹੋਈ ਹੈ। ਰਾਜੇ ਵੀ ਪਾ ਕੇ ਰੱਖਦੇ ਸੀ ਸ਼ੌਂਕ ਵਾਸਤੇ, ਮਣੀਆਂ ਦੀਆਂ ਮਾਲਾ, ਮੋਤੀਆਂ ਦੀਆਂ ਮਾਲਾ, ਮਹਿੰਗੇ ਮਹਿੰਗੇ ਪੱਥਰ ਇਕੱਠੇ ਕਰਕੇ ਉਹਨਾਂ ਨੂੰ ਪਾਉਣਾ ਗਲ 'ਚ। ਲਾਲ ਨਿਹਾਲੀ ਫੂਲ ਗੁਲਾਲਾ, ਕਹਿੰਦੇ ਫੁੱਲਾਂ ਦੀਆਂ ਸੇਜਾਂ ਤੇ ਗੁਲਾਲ ਲਾਉਣੇ, ਰੰਗ ਪਰੰਗ ਲਾਉਣੇ। ਕਹਿੰਦੇ ਬਿਨ ਜਗਦੀਸ਼ ਕਹਾਂ ਸੁਖ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਬਾਰ-ਬਾਰ ਗੱਲ ਜਗਦੀਸ਼ ਦੀ ਕਰਦੇ ਆ ਵੀ ਉਹ ਤੋਂ ਬਿਨਾਂ ਸੁੱਖ ਨਹੀਂ ਮਿਲਣਾ। ਬਾਹਰਲੀ ਕਿਰਿਆ ਜਿੰਨੀ ਮਰਜ਼ੀ ਤੁਸੀਂ ਕਰ ਲਓ, ਬਾਹਰ ਜੋ ਬਾਡੀ ਹੈ ਇਹਦੇ ਤੇ ਕਿਰਿਆ ਹੁੰਦੀ। ਇਹ ਠੀਕ ਹੈ ਕਿ ਇਸ ਸਰੀਰ ਦੇ ਅੰਦਰ ਰਹਿੰਦੇ ਰਹਿੰਦਿਆਂ ਹੀ ਸਾਡੇ ਕੋਲ ਧਰਮ ਕਰਮ ਕਰਨ ਦਾ ਸਮਾਂ ਤਾਂ ਹੈ। ਜਿਵੇਂ ਅਸੀਂ ਕਿਲੇ ਦੇ ਅੰਦਰ ਰਹਿ ਕੇ ਹੀ ਤਾਂ ਲੜਾਈ ਲੜ ਸਕਦੇ ਹਾਂ, ਇਸੇ ਤਰ੍ਹਾਂ ਹੀ ਇੱਕ ਸਾਨੂੰ ਪਰਮੇਸ਼ਰ ਵੱਲੋਂ ਇੱਕ ਕਿਲਾ ਦਿੱਤਾ ਗਿਆ, ਅਸੀਂ ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਯੁੱਧ ਅੰਦਰ ਹੀ ਹੋਣਾ। ਧੀਰਜ ਧਾਮ ਬਣਾਏ ਇਹ ਹੈ ਤਨ ਬੁੱਧ ਸਿਉ ਦੀਪ ਜਿਉ ਉਜਿਆਰ ਹੈ। ਗਿਆਨੈ ਕੀ ਵੱਢਣੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰ। ਜੰਗ ਅੰਦਰ ਚੱਲਣੀ ਹੈ, ਵਿਕਾਰ ਅੰਦਰ ਨੇ, ਵਾਸ਼ਨਾਵਾਂ ਅੰਦਰੋਂ ਸੁਰਤ 'ਚ ਉੱਠਦੀਆਂ ਨੇ, ਉਹਨਾਂ ਵਾਸ਼ਨਾਵਾਂ ਨੂੰ ਕੱਟਣਾ। ਸੋ ਪਹਿਲੀਆਂ ਦੋ ਪੰਕਤੀਆਂ ਵਿੱਚ ਬਾਹਰਲੇ ਸਰੀਰ ਦੀ ਸਜਾਵਟ ਦੱਸੀ, ਜਿਸ ਨੂੰ ਅਸੀਂ ਸੁਖਦਾਇਕ ਸਮਝ ਲਿਆ। ਤੀਜੀ ਪੰਕਤੀ ਵਿੱਚ ਪਾਤਸ਼ਾਹ ਜੀ ਪਰਮੇਸ਼ਰ ਦਾ ਹੁਕਮ ਦੱਸਦੇ ਹਨ ਕਿ ਨਾਮ ਤੋਂ ਬਿਨਾਂ ਕਿਤੇ ਸੁੱਖ ਨਹੀਂ ਪਾਈ। ਨਾਮ ਨਾਲ ਅੰਦਰਲਾ ਸਰੀਰ ਸੁਖਦਾਇਕ ਬਣਾਉਣਾ ਸੀ, ਉਹ ਤਾਂ ਬਣਾਇਆ ਹੀ ਨਹੀਂ। ਉਸ ਤੋਂ ਅਗਲੀਆਂ ਪੰਕਤੀਆਂ ਵਿੱਚ ਵੀ ਇਹੀ ਸਮਝਾ ਰਹੇ ਹਨ ਕਿ ਤੈਂ ਕੀ ਪਹਿਰ ਲਿਆ ਤੇ ਕੀ ਹੰਢਾ ਲਿਆ ਤੇ ਕੀ ਦਿਖਾਇਆ। ਸੋ ਬਹੁਤ ਕੁਝ ਪਹਿਰ ਲਿਆ, ਬਹੁਤ ਕੁਝ ਹੰਢਾ ਲਿਆ, ਬਹੁਤ ਕੁਝ ਦਿਖਾ ਲਿਆ, ਪਰ ਬਿਨ ਜਗਦੀਸ਼ ਦੇ ਸੁੱਖ ਨਹੀਂ ਪਾਇਆ ਜਾ ਸਕਦਾ। ਜਗਦੀਸ਼ ਭਾਵ ਜੱਗ ਦਾ ਈਸ। ਜੱਗ ਹੁੰਦਾ ਹਿਰਦਾ, ਇਹ ਜੱਗ ਸੱਚੇ ਕੀ ਹੈ, ਕੋਠੜੀ ਹਿਰਦਾ ਹੀ ਹੈ, ਹਿਰਦੇ ਵਿੱਚ ਹੀ ਆ ਮਨ ਮੰਦਰ, ਮਨ ਦੇ ਅੰਦਰ ਹੀ ਬੈਠਾ ਹੈ। ਸ਼ੁੱਧ ਸ਼੍ਰੇਸ਼ਟ ਜਗਦੀਸ਼ ਹੁੰਦਾ, ਸਦਾ ਸ਼ੁੱਧ ਰਹਿਣਾ, ਇਹੀ ਸੁੱਖ ਹੈ ਕਿ ਮਨ ਦੇ ਅੰਦਰ ਮੈਲ ਆਉਣੀ ਨਹੀਂ ਦੇਣੀ। ਇਹ ਰਹਾਉ ਦਾ ਬਚਨ ਹੈ, ਹੇ ਮੇਰੇ ਮਨਾ ਹੁਣ ਤੂੰ ਵਿਚਾਰ ਕਰ। ਆਪਣੇ ਅੰਦਰ ਝਾਤੀ ਮਾਰ ਕੇ ਗੁਰਬਾਣੀ ਕੀ ਤੈਨੂੰ ਉਪਦੇਸ਼ ਦਿੰਦੀ ਹੈ। ਉਸ ਤੋਂ ਅਗਲੀਆਂ ਪੰਕਤੀਆਂ ਕੀ ਕਹਿੰਦੀਆਂ ਹਨ ਕਿ ਬਾਹਰਲੇ ਕੰਨਾਂ ਵਿੱਚ ਕੁੰਡਲ ਪਾ ਲਏ, ਜੋਗ ਮੱਤ ਹੈ ਜਾਂ ਕਿਸੇ ਧਾਰਮਿਕ ਆਗੂ ਦੀ ਮੱਤ ਸੁਣ ਲਈ ਤੇ ਮੰਨਣ ਲੱਗ ਪਿਆ। ਗਲ ਮੋਤੀਆਂ ਕੀ ਮਾਲਾ, ਗਲ ਵਿੱਚ ਬਾਹਰਲੇ ਸਰੀਰ ਦੇ ਗਲ ਵਿੱਚ ਸਨਾਤਨ ਮੱਤ ਵਾਂਗੂ ਮਾਲਾ ਪਾ ਲਈ, ਰੁਦਰਾਕਸ਼ ਦੀ, ਤੁਲਸੀ ਦੀ ਆਦਿ ਚੰਦਨ ਦੀ ਮਾਲਾ ਪਾ ਲਈ। ਲਾਲ ਨਿਹਾਲੀ, ਲਾਲ ਚੰਦਨ ਹੁੰਦਾ ਇੱਕ, ਉਹਦਾ ਟਿੱਕਾ ਲਾਉਣਾ, ਵਿਭੂਤੀ ਲਾਉਣੀ, ਪਿੰਡੇ ਤੇ ਮਲਣਾ। ਆਦਿ ਫੂਲ ਗੁਲਾਲਾ, ਫੁੱਲਾਂ ਦੀ ਮਾਲਾ ਪਾਉਣੀ, ਸੇਜ ਤੇ ਫੁੱਲ ਰੱਖਣੇ, ਰੰਗ ਲਾਉਣੇ ਸਰੀਰ ਉੱਪਰ, ਚੰਦਨ ਕੇਸਰ ਆਦਿ। ਪਰ ਬਿਨ ਜਗਦੀਸ਼, ਬਿਨਾਂ ਸ਼ੁੱਧ ਹਿਰਦੇ ਤੋਂ ਸੁੱਖ ਕਿੱਥੇ? ਭਾਵ ਸੁੱਖ ਹੁਕਮ ਦੀ ਸੋਝੀ ਕਿੱਥੇ? ਰਜਾ ਵਿੱਚ ਚੱਲਣਾ ਸੋਝੀ ਕਿੱਥੇ? ਭਾਲਾ ਕਿੱਥੇ ਭਾਲਦਾ? ਕਹਿੰਦੇ ਇਹਨਾਂ
ਕਿਰਿਆਵਾਂ ਕਰਨ ਦੇ ਨਾਲ ਹੇ ਮੇਰੇ ਮਨਾ ਤੈਨੂੰ ਸੁੱਖ ਨਹੀਂ ਹੋ ਸਕਦਾ। ਹੇ ਮਨਾ ਇਹ ਭਾਲ ਕਰ ਕਿ ਹੁਕਮ ਕਿਵੇਂ ਬੁਝਿਆ ਜਾਊ ਤਾਂ ਪ੍ਰਾਪਤੀ ਹੋਊ, ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆਪਣਾ ਕੀ ਬਣੂ। ਗੁਰਬਾਣੀ ਵੀ ਇਹੀ ਗੱਲ ਤੈਨੂੰ ਬਾਰ-ਬਾਰ ਸਮਝਾਉਂਦੀ ਹੈ ਕਿ ਹੁਕਮ ਬੂਝ ਪਰਮ ਪਦ ਪਾਈ। ਜਾਂ ਫਿਰ ਪਾਤਸ਼ਾਹ ਨਾਲ ਹੀ ਇਹ ਆ ਵੀ ਆਖਦੇ ਹਨ ਕਿ ਬਿਨ ਬੂਝੇ ਪਸ਼ੂ ਢੋਰ ਜੀ। ਜੇ ਕੁਛ ਬੁੱਝੇ ਹੀ ਨਾ ਹੁਕਮ ਨੂੰ ਤਾਂ ਫਿਰ ਤਾਂ ਕਹਿੰਦੇ ਪਸ਼ੂ ਢੋਰ ਹੀ ਹੈ। ਪਹਿਲਾਂ ਵੀ ਤਾਂ ਸਰੀਰ ਧਾਰੇ ਨੇ, ਉਹ ਜਿਹੀ ਸਰੀਰ ਇਹੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਲੋਕਾਂ ਨੂੰ ਵੀ ਪ੍ਰਚਾਰ ਕਰੀ ਜਾ ਰਹੇ ਆ, ਆਪ ਤਾਂ ਮੰਨਦਾ ਹੀ ਨਹੀਂ। ਪਸ਼ੂ ਵੀ ਇਸੇ ਤਰ੍ਹਾਂ ਹੀ ਕਰਦੇ ਆ, ਦੁੱਧ ਦਿੰਦੇ ਆ, ਕੰਮ ਕਰਦੇ ਆ, ਆਪਣੇ ਲਈ ਤਾਂ ਵਿਚਾਰੇ ਕੁਛ ਵੀ ਨਹੀਂ ਕਰਦੇ। ਆਪਣੇ ਲਈ ਤਾਂ ਉਹ ਆਪਣੀ ਮਰਜ਼ੀ ਨਾਲ ਖਾਣਾ ਵੀ ਨਹੀਂ ਖਾ ਸਕਦੇ। ਉਹ ਵੀ ਜੇ ਮਾਲਕ ਪਾ ਦੇਵੇ ਤਾਂ ਪੱਠੇ ਠੀਕ ਨੇ ਨਾ ਸਹੀ। ਹੇ ਮੇਰੇ ਮਨਾ ਇਸੇ ਤਰ੍ਹਾਂ ਦੀ ਹਾਲਤ ਤੇਰੇ ਵੀ ਬਣ ਚੁੱਕੇ ਆ। ਤੂੰ ਆਪਣੇ ਲਈ ਤਾਂ ਨਾਮ ਦੀ ਕੋਈ ਪ੍ਰਾਪਤੀ ਵਾਲਾ ਸਾਧਨ ਹੀ ਨਹੀਂ ਵਰਤ ਰਿਹਾ। ਲੋਕਾਂ ਨੂੰ ਗੁਰਬਾਣੀ ਦਾ ਪ੍ਰਚਾਰ ਕਰਕੇ ਸੁਣਾ ਰਹੇ, ਲੋਕਾਂ ਤੋਂ ਮਾਇਆ ਲੈ ਰਹੇ। ਇਹ ਕਿਤੇ ਦੇਖਿਆ, ਪਹਿਲੀ ਵਾਰੀ ਦੇਖੀ ਇਹ ਚੀਜ਼ ਕਿ ਕੋਈ ਅੰਮ੍ਰਿਤ ਵੰਡ ਕੇ ਜ਼ਹਿਰ ਲੈਂਦਾ ਹੋਵੇ। ਬੜੀ ਅਜੀਬ ਰਚਨਾ ਹੈ ਤੇਰੀ। ਅੰਮ੍ਰਿਤ ਹੈ ਗੁਰਬਾਣੀ ਦਾ ਇੱਕ ਇੱਕ ਵਚਨ, ਇਹਨੂੰ ਵੇਚਣਾ। ਮਨਮੁਖ ਮਾਇਆ ਬਿਖਰਦਾ, ਬਿਖ ਖੱਟੈ ਬਿਖ ਖਾਏ। ਫਿਰ ਤੂੰ ਹੇ ਮੇਰੇ ਮਨਾ ਮਨਮੁਖ ਹੀ ਹੈ। ਤੂੰ ਵਿਦਿਆ ਵੇਚਦਾ, ਵਿਦਿਆ ਗੁਰਬਾਣੀ ਹੈ। ਸੰਸਾਰ 'ਚ ਜਿਹਨੂੰ ਤੁਸੀਂ ਵਿਦਿਆ ਮੰਨਦਾ ਤੂੰ, ਉਹ ਵਿਦਿਆ ਨਹੀਂ ਹੈ, ਉਹ ਅਵਿਦਿਆ ਹੈ। ਉਹੀ ਤਾਂ ਵਿਖੇ ਹੈ। ਸੋ ਬਿਨ ਬੂਝੇ ਪਸ ਢੋਰ ਜੀ। ਹੇ ਮੇਰੇ ਮਨਾ ਇਹ ਤੂੰ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਚੱਲ, ਜੋ ਗੁਰਬਾਣੀ ਤੈਨੂੰ ਉਪਦੇਸ਼ ਨਾਲ ਦੀ ਨਾਲ ਕਰਦੀ ਹੈ। ਸੋ ਸਰੀਰਕ ਤੌਰ ਤੇ ਮਾਲਾ ਫੇਰਨ ਵਾਲਿਆਂ ਲਈ ਪਰਮੇਸ਼ਰ ਵੱਲੋਂ ਭੇਜੇ ਫਰਮਾਨ ਹਨ। ਆਪਾਂ ਉਹਨਾਂ ਚੋਂ ਵੀ ਗੁਰਬਾਣੀ ਚੋਂ ਹੀ ਦੇਖਾਂਗੇ। ਪਾਤਸ਼ਾਹ ਕਹਿੰਦੇ, ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਹੀ ਵਚਨ ਹੈ। ਪੜੀ ਪੁਸਤੰ ਸੰਧਿਆ ਬਾਦੰ ਸਿਲ ਪੂਜਾ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਹੁਣ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਹੈ ਕਿ ਕਿਸ ਤਰ੍ਹਾਂ ਸੰਸਾਰ ਵਿੱਚ ਜੋ ਧਰਮ ਦੀ ਪ੍ਰਕਿਰਿਆ ਉਹ ਚੱਲ ਰਹੀ ਹੈ, ਜਿਹ ਤੋਂ ਆਪਾਂ ਨੇ ਬੜੀ ਵੱਡੀ ਸਮੱਤ ਪ੍ਰਾਪਤ ਕਰਨੀ ਹੈ। ਕਿਉਂਕਿ ਗੁਰਬਾਣੀ ਤੋਂ ਬਿਨਾਂ ਸਮੱਤ ਹੋਰ ਕਿਤੋਂ ਪ੍ਰਾਪਤ ਕਰਨਾ ਸ਼ੁੱਧ ਨਹੀਂ ਹੈ। ਪੜੀ ਪੁਸਤਕ ਸੰਧਿਆ ਬਾਦ। ਹੁਣ ਪੁਸਤਕ ਪੜ੍ਹੀ ਭਾਵ ਕਿ ਧਰਮ ਦੀਆਂ ਕਿਤਾਬਾਂ ਉਸ ਵੇਲੇ ਪੜ੍ਹੀਆਂ ਜਾਂਦੀਆਂ ਸੀ, ਗ੍ਰੰਥ ਪੜ੍ਹੇ ਜਾਂਦੇ ਸੀ, ਪੰਡਤ ਪੜ੍ਹਦਾ ਸੀ। ਤੇ ਸੰਧਿਆ ਨੂੰ ਉਹਦਾ ਫਿਰ ਬਾਦਨ ਕਰਦਾ ਸੀਗਾ, ਵਿਚਾਰ ਕਰਨੀ, ਉਹਦੇ ਵਿੱਚ ਦੂਜੀਆਂ ਮੱਤਾਂ ਦੀਆਂ ਕਮਜ਼ੋਰੀਆਂ ਦੱਸੀ ਜਾਣੀਆਂ, ਆਪਣੀ ਮੱਤ ਨੂੰ ਸ੍ਰੇਸ਼ਟ ਗਿਣਨਾ। ਪੰਡਤ ਕਰਦਾ ਹੀ ਸੀ ਇਸਲਾਮ ਦੇ ਵਿਰੋਧ ਵਿੱਚ, ਇਸਲਾਮ ਵਾਲੇ ਪੰਡਤ ਦੇ ਵਿਰੋਧ ਵਿੱਚ। ਸੋ ਇਹਨਾਂ ਦਾ ਉਸ ਵੇਲੇ ਵੀ ਝਗੜਾ ਚੱਲਦਾ ਸੀ। ਸਿਲ ਪੂਜਸ ਭਗਲ ਸਮਾਦਨ, ਫਿਰ ਪੱਥਰ ਦੀ ਪੂਜਾ ਕਰਦਾ ਸੀ। ਮੂਰਤੀ ਬਣਾ ਲੈਣੀ ਜਾਂ ਵੈਸੇ ਪੱਥਰ ਰੱਖਣਾ, ਠਾਕੁਰ ਕਹਿਣਾ, ਉਹਦੀ ਪੂਜਾ ਕਰਨੀ ਤੇ ਬਗਲ ਸਮਾਦਨ। ਹੁਣ ਦੇਖੋ ਪਾਤਸ਼ਾਹ ਨੇ ਕੋਈ ਭੈ ਨਹੀਂ ਰੱਖਿਆ। ਜਿਹੜੀ ਗੱਲ ਹੈ ਅਸਲੀਅਤ ਉਹ ਸਹੀ ਦੱਸੀ ਹੈ ਕਿ ਫਿਰ ਸਮਾਧੀ ਲਾਉਂਦਾ ਸੀ ਬਗਲ ਸਮਾਦਨ। ਹੁਣ ਜਿਵੇਂ ਬਗਲਾ ਡੱਡੀਆਂ ਫੜਦਾ, ਉਹ ਵੀ ਕਾਫੀ ਸਮਾਂ ਪਾਣੀ ਦੇ ਵਿੱਚ ਕਿਨਾਰੇ ਤੇ ਖੜਾ ਰਹਿੰਦਾ, ਜਮਾਂ ਹੀ ਨਹੀਂ ਹਰਕਤ ਕਰਦਾ।
ਜਦੋਂ ਕੋਈ ਮੱਛੀ ਛੋਟੀ ਮੋਟੀ ਜਾਂ ਵੱਡੀ ਉਹਦੇ ਨੇੜੇ ਆਉਂਦੀ ਹੈ, ਉਸੇ ਵੇਲੇ ਉਹ 'ਤੇ ਵਾਰ ਕਰ ਦਿੰਦਾ ਹੈ। ਇਸੇ ਤਰ੍ਹਾਂ ਉਹਨਾਂ ਧਾਰਮਿਕ ਆਗੂਆਂ ਦੀ ਗੱਲ ਪਾਤਸ਼ਾਹ ਕਰਦੇ ਆ ਵੀ ਇਹ ਵੀ ਧਰਮ ਦੇ ਨਾਂ ਦੇ ਉੱਪਰ ਪਖੰਡ ਕਰਦੇ ਆ। ਜਦੋਂ ਕੋਈ ਇਹਨਾਂ ਦੇ ਕੋਲ ਵਿਅਕਤੀ ਆ ਜਾਂਦਾ, ਸ਼ਰਧਾ ਭਾਵਨਾ ਦੇ ਵਸ ਪਿਆ ਹੋਇਆ, ਆਪਣਾ ਦੁੱਖ ਲੈ ਕੇ ਆਉਂਦਾ, ਤਾਂ ਬਸ ਉਸ ਦੇ ਦੁੱਖ ਨੂੰ ਫੜ ਲੈਂਦੇ ਆ। ਉਹਦਾ ਦੁੱਖ ਦੂਰ ਹੋਵੇ ਨਾ ਹੋਵੇ, ਪਰ ਇਹ ਆਪਣੇ ਸੁੱਖਾਂ ਦਾ ਸਾਧਨ ਜ਼ਰੂਰ ਬਣਾ ਲੈਂਦੇ ਆ। ਉਹਦੀਆਂ ਦੁੱਖ ਤਕਲੀਫਾਂ ਦੇ ਆਸਰੇ ਇਹ ਆਪਣੀ ਜ਼ਿੰਦਗੀ ਦਾ ਪੂਰਾ ਸੁੱਖ ਰੱਜ ਕੇ ਹੰਡਾਉਂਦੇ ਔਰ ਵੇਖੇ ਜਾਂਦੇ ਨੇ। ਉਹ ਜਦੋਂ ਵੀ ਆਖਦਾ ਜੀ ਦੁੱਖ ਤਾਂ ਠੀਕ ਨਹੀਂ ਹੋਇਆ, ਕਰੋ ਕਿਰਪਾ, ਕਹਿੰਦੇ ਕੋਈ ਨਹੀਂ, ਹੋ ਜਾਣੀ ਹੈ, ਬਸ ਥੋੜ੍ਹਾ ਜਿਹਾ ਸਮਾਂ ਹੋਰ ਹੈ, ਕਰਮਾਂ ਦਾ ਹੀ ਹੇਰ ਫੇਰ ਹੈ। ਹੁਣ ਉਹ ਸਮਾਂ ਕਦੋਂ ਆਉਣਾ ਕੋਈ ਪਤਾ ਨਹੀਂ। ਜੇ ਆ ਵੀ ਗਿਆ, ਪਰਮੇਸ਼ਰ ਨੇ ਚਲੋ ਉਹਨੂੰ ਸੁੱਖ ਦੇ ਵੀ ਦਿੱਤਾ, ਤਾਂ ਵੀ ਉਹ ਪਖੰਡੀ ਹੈ ਜਿਹੜਾ, ਉਹਨੂੰ ਹੀ ਬੈਨੀਫਿਟ ਮਿਲਣਾ। ਕਿਉਂ? ਉਹਨੇ ਕਹਿਣਾ ਮੈਂ ਦੇਖਿਆ ਨਾ ਤੇਰਾ ਦੁੱਖ ਦੂਰ ਕਰ ਦਿੱਤਾ, ਫਿਰ ਵੀ ਉਹ ਫਸੇ ਹੀ ਹੋਇਆ। ਉਹ ਹਾਲਤ ਹੈ ਵੀ ਜੇ ਛੁਰੀ ਖਰਬੂਜੇ ਤੇ ਡਿੱਗਦੀ ਹੈ ਤਾਂ ਵੀ ਖਰਬੂਜੇ ਨੇ ਘੱਟ ਹੋਣਾ, ਜੇ ਖਰਬੂਜਾ ਛੁਰੀ ਤੇ ਡਿੱਗਦਾ ਤਾਂ ਵੀ ਉਹ ਨਹੀਂ ਘੱਟ ਹੋਣਾ। ਸੋ ਐਸਾ ਧਰਮ ਦਾ ਜਾਲ ਹੈ ਜਿਹੜਾ ਬੁਣਿਆ ਹੋਇਆ। ਇਹ ਚੋਂ ਜਿਹੜੀ ਜੀਵ ਆਤਮਾ ਕੇਰਾਂ ਫਸ ਗਈ ਨਾ, ਉਹਨੂੰ ਨਿਕਲਣਾ ਬਹੁਤ ਔਖਾ ਹੈ। ਇਹ ਤਾਂ ਕੋਈ ਐਸੀ ਬਿਰਲੀ ਹੋਈ ਜੀਵ ਆਤਮਾ ਹੋਵੇ ਜਿਹੜੀ ਉਹ ਜਾਲ ਨੂੰ ਤੋੜ ਕੇ ਚਲੇ ਜਾਵੇ। ਭਗਤਾਂ ਨੇ ਬਹੁਤ ਜ਼ੋਰ ਲਾਇਆ, ਬਹੁਤ ਜੀਵ ਆਤਮਾਵਾਂ ਨੂੰ, ਬਹੁਤ ਘੱਟ ਜੀਵ ਆਤਮਾ ਟੁੱਟੀਆਂ ਜਿਹੜੀਆਂ ਜਾਲ ਨੂੰ ਤੋੜ ਕੇ ਬਾਹਰ ਨਿਕਲੀਆਂ। ਪਾਤਸ਼ਾਹੀਆਂ ਨੇ ਬਹੁਤ ਜ਼ੋਰ ਲਾਇਆ। ਦੂਜੇ ਪਾਤਸ਼ਾਹ ਵਾ ਤੀਜੇ ਪਾਤਸ਼ਾਹ ਵੀ ਇਹਨਾਂ ਦੇ ਜਾਲਾਂ ਵਿੱਚ ਫਸੇ ਸੀ, ਪਰ ਤੋੜ ਕੇ ਆਏ, ਛੱਡਤਾ ਉਹਨਾਂ ਨੇ ਉਹਨਾਂ ਦਾ ਸਾਰਾ ਕੁਝ, ਸੱਚ ਵਾਲੇ ਪਾਸੇ ਆਏ, ਤੇ ਫਿਰ ਜੀਵਨ ਸਾਡੇ ਸਾਹਮਣੇ ਹੀ ਉਹਨਾਂ ਦਾ। ਮੁੱਖ ਝੂਠ ਵਿਭੂਖਣ ਸਾਰਨ, ਕਹਿੰਦੇ ਮੁੱਖੋਂ ਝੂਠ ਬੋਲਦੇ ਆ। ਹਰ ਝੂਠ ਨੂੰ ਬੋਲਦੇ ਕਿਵੇਂ ਆ? ਵਿਭੂਖਣ, ਮਾਇਆ ਦੀਆਂ ਗੱਲਾਂ ਇਸ ਤਰੀਕੇ ਨਾਲ ਬਣਾਉਂਦੇ ਆ ਜਿਵੇਂ ਕੋਈ ਤਾਂਬਾ ਨਾ ਜਾਂ ਪਿੱਤਲ ਇਕੱਠਾ ਕਰਕੇ ਸੋਨਾ ਬਣਾ ਕੇ ਵੇਚਦਾ। ਇੰਨੀ ਪਾਲਿਸ਼ ਕਰੇ, ਇੰਨਾ ਚਮਕਾ ਦੇਵੇ ਪਿੱਤਲ ਨੂੰ ਕਿ ਅਗਲਾ ਦੇਖਣ ਵਾਲਾ ਕਹੇ ਜੀ ਇਹ ਸੋਨਾ ਹੀ ਹੈ। ਇਸ ਤਰੀਕੇ ਨਾਲ ਗੁਰਬਾਣੀ ਦੇ ਵਾ ਵੇਦਾਂ ਦੇ ਸ਼ਬਦਾਂ ਨੂੰ ਬਦਲ ਕੇ ਬਣਾਇਆ, ਇਹੋ ਜਿਹੀਆਂ ਰੌਚਕ ਕਥਾ ਕਹਾਣੀਆਂ ਬਣਾ ਕੇ ਸੁਣਾਈਆਂ ਕਿ ਸੁਣਨ ਵਾਲੇ ਰੋਣ ਲੱਗ ਜਾਂਦੇ ਆ। ਐਸੇ ਐਸੇ ਸ਼ਬਦ ਬਣਾ ਕੇ ਰੱਖਣੇ, ਐਸਾ ਸ਼ਬਦੀ ਜਾਲ ਬੁਣ ਲੈਣਾ, ਆਮ ਜੀਵ ਆਤਮਾ ਕਿੱਥੇ ਨਿਕਲ ਸਕਦੀ? ਕਿ ਇਹੀ ਸਹਾਰਾ ਅਗਲੇ ਨੂੰ ਲੱਗਣ ਲੱਗ ਜਾਂਦਾ ਵੀ ਜੋ ਇਹਨਾਂ ਨੇ ਕਿਹਾ ਇਹੀ ਸੱਚ ਹੈ। ਤ੍ਰੈਪਾਲ ਤਿਹਾਲ ਵਿਚਾਰ, ਫਿਰ ਕਹਿਣਗੇ ਵੀ ਸਾਨੂੰ ਤਿੰਨੇ ਲੋਕਾਂ ਦੀ ਸੋਝੀ। ਸੋਝਸ ਤੀਨ ਲੋ, ਕਿ ਸਾਨੂੰ ਤਿੰਨੇ ਲੋਕਾਂ ਦੀ ਸੋਝੀ ਹੈ, ਸਾਨੂੰ ਸਾਰਾ ਪਤਾ ਹੈ। ਸੋ ਗਲ ਮਾਲਾ ਤਿਲਕ ਲਲਾਟਨ, ਫਿਰ ਗਲ ਦੇ ਵਿੱਚ ਮਾਲਾ ਵੀ ਪਾ ਕੇ ਰੱਖਣੀ ਹੈ, ਕਿਉਂਕਿ ਉਸ ਵੇਲੇ ਧਾਰਮਿਕ ਆਗੂ ਦੀ ਨਿਸ਼ਾਨੀ ਹੈ। ਫਿਰ ਮੱਥੇ ਦੇ ਉੱਪਰ ਤਿਲਕ ਵੀ ਲਾਉਣਾ। ਦੋਏ ਧੋਤੀ ਵਸਤਰ ਕਪਾਟਨ, ਫਿਰ ਦੋ ਧੋਤੀਆਂ ਰੱਖਣੀਆਂ ਨੇ ਕੋਲ, ਇੱਕ ਸਿਰ ਦੇ ਉੱਪਰ ਵਸਤਰ ਰੱਖਣਾ ਹੈ, ਟੋਪੀ ਲੈ ਲਓ, ਵੈਸੇ ਕੱਪੜਾ ਰੱਖ ਲੈਣਾ, ਅੱਜ ਕੱਲ੍ਹ ਪੱਗਾਂ ਬੰਨ੍ਹਦੇ ਆ। ਗਲ ਵਿੱਚ ਮਾਲਾ ਹੁਣ ਸਿੱਖ ਮੱਤ ਵਿੱਚ ਵੀ ਪਾਈ ਜਾਂਦੀ ਹੈ, ਸਿਰਫ ਮੱਥੇ ਤੇ ਤਿਲਕ ਨਹੀਂ ਲਾਉਂਦੇ। ਬਾਕੀ ਸਾਰੀਆਂ ਪ੍ਰਕਿਰਿਆਵਾਂ ਉਹ ਚੱਲਦੀਆਂ ਨੇ। ਦੋਏ ਧੋਤੀ ਆ, ਹੁਣ ਕਛਹਿਰੇ ਆ ਗਏ, ਉਦੋਂ ਧੋਤੀਆਂ ਸੀ।
ਸੋ ਇਹ ਸਰੀਰਕ ਕਿਰਿਆ ਹੈ, ਇੱਕ ਧਾਰਮਿਕ ਦੇ ਲੱਛਣ ਦੱਸਦੇ ਆ। ਇਹ ਨਹੀਂ ਕਹਦੇ ਕਿ ਨਾ ਪਾਓ, ਪਾਓ, ਧੋਤੀ ਪਾਉਣੀ ਹੈ, ਸਰੀਰ ਢੱਕ ਕੇ ਰੱਖਣਾ, ਉਹ ਗੱਲ ਠੀਕ ਹੈ, ਉਹ ਠੀਕ ਹੈ, ਉਸ ਤਰ੍ਹਾਂ ਦੀ ਪ੍ਰਕਿਰਿਆ ਕਰੋ। ਪਰ ਪਾਤਸ਼ਾਹ ਕਹਿੰਦੇ ਧਾਰਮਿਕ ਜੇ ਭੇਖ ਧਾਰਨ ਕੀਤਾ ਨਾ ਤਾਂ ਧਰਮ ਦੀ ਜਾਣਕਾਰੀ ਵੀ ਸ੍ਰੇਸ਼ਟ ਦਿਓ, ਸਹੀ ਜਾਣਕਾਰੀ ਦਿਓ, ਤੁਹਾਡੇ ਤੇ ਲੋਕ ਭਰੋਸਾ ਕਰਦੇ ਆ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮ, ਕਹਿੰਦੇ ਇਹ ਕਹਿੰਦੇ ਆ ਵੀ ਇਹ ਸਾਰਾ ਹੀ ਬ੍ਰਹਮੰ ਕਰਮੰ ਹੈ, ਵੀ ਸਾਰਾ ਸ਼ੁੱਧ ਕਰਮ ਕਰਦੇ ਹਾਂ, ਅਸੀਂ ਨਾਮ ਜਪਦੇ ਹਾਂ, ਬੰਦਗੀ ਕਰਦੇ ਹਾਂ, ਭਗਤੀ ਕਰਦੇ ਹਾਂ। ਪਰ ਪਾਤਸ਼ਾਹ ਕਹਿੰਦੇ ਸਭ ਫੋਕਟ ਨਿਸ਼ਚੋ ਕਰੋ, ਕਹਿੰਦੇ ਸਾਰਾ ਕੁਝ ਹੀ ਫੋਕਟ ਹੈ ਜਿੰਨਾ ਚਿਰ ਤੁਹਾਨੂੰ ਖੁਦ ਨਿਸ਼ਚਾ ਨਹੀਂ ਹੈ, ਜਿੰਨਾ ਚਿਰ ਸਵੈਮ ਤੁਹਾਨੂੰ ਆਪ ਨਹੀਂ ਨਾ ਆਪਣੇ ਆਪ ਭਰੋਸਾ ਹੈਗਾ, ਉਹਨਾਂ ਚਿਰ ਇਹ ਸਾਰਾ ਕੁਝ ਹੀ ਫੋਕਟ ਹੈ। ਜੇ ਤੁਹਾਨੂੰ ਭਰੋਸਾ ਹੈ ਫੇਰ ਸਹੀ ਹੈ, ਫੇਰ ਗਲਤ ਨਹੀਂ ਹੈ। ਪਰ ਜਿਹਨੂੰ ਸਹੀ ਭਰੋਸਾ ਹੁੰਦਾ ਉਹ ਫਿਰ ਇਹ ਸਰੀਰਕ ਕਰਮ ਕਰਦਾ ਹੀ ਨਹੀਂ ਹੈ, ਇਹ ਵੀ ਨਾਲ ਹੈ। ਫਿਰ ਉਹ ਬਗਲ ਸਮਾਧੀ ਨਹੀਂ ਲਾਉਂਦਾ, ਉਹ ਫਿਰ ਵਾਦ ਵਿਵਾਦ ਨਹੀਂ ਕਰਦਾ ਪੁਸਤਕਾਂ ਪੜ੍ਹ ਕੇ, ਉਹ ਫਿਰ ਗਲ 'ਚ ਮਾਲਾ ਨਹੀਂ ਪਾਉਂਦਾ, ਉਹ ਫਿਰ ਲੋਕਾਂ ਨੂੰ ਇਹ ਨਹੀਂ ਕਹਿੰਦਾ ਵੀ ਮੈਨੂੰ ਤਿੰਨੇ ਲੋਕਾਂ ਦੀ ਸੂਝੀ ਹੈ, ਵੀ ਮੈਨੂੰ ਹੀ ਸਾਰਾ ਪਤਾ, ਉਹ ਮੇਰੇ ਕੋਲ, ਮੈਂ ਤੁਹਾਨੂੰ ਦੱਸਦਾ। ਉਹ ਕਦੇ ਨਹੀਂ, ਗੁਰਮੁਖ ਨਹੀਂ ਕਹਿੰਦਾ। ਕਹੋ ਨਾਨਕ ਨਿਸ਼ਚੋ ਧਿਆਵੈ, ਪਰਮੇਸ਼ਰ ਜੀ ਨੇ ਗੁਰੂ ਨਾਨਕ ਜੀ ਨੂੰ ਕਿਹਾ ਵੀ ਤੂੰ ਇਹਨਾਂ ਨੂੰ ਇਹ ਗੱਲ ਕਹਿ ਵੀ ਤੁਸੀਂ ਨਿਸ਼ਚੋ ਦੇ ਨਾਲ ਧਿਆਨ ਕਰੋ, ਹੁਕਮ 'ਚ ਧਿਆਨ ਰੱਖੋ। ਤੁਸੀਂ ਤਾਂ ਆਪਣਾ ਹੀ ਧਿਆਨ ਕਰਵਾਈ ਜਾਂਦੇ ਹੋ, ਤੇ ਤੁਸੀਂ ਇਹਨਾਂ ਦਾ ਧਿਆਨ ਵੀ ਮਾਇਆ 'ਚ ਜੋੜਨ ਲਵਾਉਂਦੇ ਹੋ। ਜਿੰਨਾ ਚਿਰ ਤੁਸੀਂ ਮਾਇਆ 'ਚ ਧਿਆਨ ਲਵਾਓਗੇ ਵੀ ਤਾਂ ਮਾਇਆ ਹੀ ਮਿਲੂਗੀ ਨਾ। ਤੂੰ ਇਹਨਾਂ ਦਾ ਧਿਆਨ ਸੱਚ 'ਚ ਲਵਾ ਜਾ ਕੇ, ਇਹਨਾਂ ਨੂੰ ਦੱਸ ਵੀ ਧਿਆਨ ਕਿੱਥੇ ਲਾਉਣਾ। ਕਹੋ ਨਾਨਕ ਨਿਸ਼ਚਉ ਧਿਆਵੈ, ਕਹਿੰਦੇ ਜਿਹੜਾ ਥਿਰ ਰਹਿਣ ਵਾਲੀ ਚੀਜ਼ ਹੈ ਉਹਦੇ 'ਚ ਧਿਆਨ ਕਰੋ, ਜਿਹੜੀ ਚੀਜ਼ ਨੇ ਰਹਿਣਾ ਹੀ ਨਹੀਂ ਇਸੇ, ਉਹਦਾ ਧਿਆਨ ਕਰਕੇ ਕੀ ਕਰੋਗੇ। ਬਿਨ ਸਤਿਗੁਰ ਬਾਟ ਨਾ ਪਾਵੇ, ਕਹਿੰਦੇ ਸੱਚ ਦੇ ਗਿਆਨ ਤੋਂ ਬਿਨਾਂ ਉਹ ਧਿਆਨ ਦਾ ਰਸਤਾ ਪਤਾ ਹੀ ਨਹੀਂ ਲੱਗਣਾ ਵੀ ਕਿਹੜਾ। ਗਿਆਨ ਤੋਂ ਬਿਨਾਂ ਧਿਆਨ ਨਹੀਂ ਟਿਕੇਗਾ। ਸੋ ਪੰਨਾ 656 ਦੇ ਉੱਪਰ ਰਾਗ ਸੋਰਠ ਦੇ ਅੰਦਰ ਸ੍ਰੀ ਭਗਤ ਕਬੀਰ ਸਾਹਿਬ ਜੀ ਵੀ ਬਚਨ ਕਰਦੇ ਆ, ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ, ਹਉ ਮੰਗੂ ਸੰਤਨ ਰੇਨਾ ਮੈਂ ਨਾਹੀ ਕਿਸੀ ਕਾ ਦੇਨਾ, ਮਾਧੋ ਕੈਸੀ ਬਨੈ ਤੁਮ ਸੰਗੇ ਆਪ ਨਾ ਦੇਹ ਤਾਂ ਲੇਵੋ ਮੰਗੇ, ਰਹਾਓ ਦੋਏ ਸੇਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ, ਅਧ ਸੇਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜੀਵਾਲੇ, ਖਾਟ ਮੰਗੋ ਚੌਪਾਈ ਸਿਰਹਾਨਾ ਅਵਰ ਤੁਲਾਈ, ऊपर को मांगो खींदा तेरी भगति करे जन थींदा, मैं नाही कीता लभो एक नाम तेरा मैं फबो, कह कबीर मन मानिया तो हर जानिया।